Hello students, welcome to my YouTube channel Mathematics for Secondary and Senior Secondary Classes। मेरे लास्ट लेक्चर में हम लोगों ने डिटर्मिनेंट्स शुरू किया था और दो टॉपिक्स हम लोगों ने डिस्कस किए थे। मेरे ईमेल के ऊपर काफ़ी स्टूडेंट्स के मैसेज आए हैं कि सर ਤੁਸੀਂ ਇਹ ਲੈਕਚਰ ਜਿਹੜਾ ਹੈ ਉਹ ਪੰਜਾਬੀ ਵਿੱਚ ਦਿਓ। ਤਾਂ ਅੱਜ ਆਪਾਂ ਡਿਟਰਮੀਨੈਂਟਸ ਦਾ ਜੋ ਥਰਡ ਟੌਪਿਕ ਹੈ ਏਰੀਆ ਆਫ ਅ ਟ੍ਰਾਇੰਗਲ ਐਂਡ ਮਾਈਨਰਸ ਕੋਫੈਕਟਰਸ और एडजॉइंट ये सब ये सारे ਜਿਹੜੇ ਟੌਪਿਕਸ ਨੇ ਇਹ ਅੱਜ ਆਪਾਂ ਪੰਜਾਬੀ ਵਿੱਚ ਕਰਾਂਗੇ। तो लेट्स स्टार्ट विद एरिया ऑफ अ ट्रायंगल यूजिंग डिटर्मिनेंट्स। ਆਪਾਂ ਆਪਣੀ ਪਿਛਲੀ ਕਲਾਸਿਸ ਵਿੱਚ ट्रायंगल ਦਾ ਏਰੀਆ ਕੱਢਣ ਦੇ ਕਾਫੀ ਫਾਰਮੂਲੇ ਦੇਖ ਚੁੱਕੇ ਹਾਂ। ਜਦੋਂ ਆਪਣੇ ਕੋਲ ਅਗਰ ਬੇਸ ਤੇ ਹਾਈਟ ਦਿੱਤੀ ਹੋਵੇ ਤਾਂ ਆਪਾਂ ਨੂੰ ਪਤਾ ਹੀ ਹੈ 1/2 ਬੇਸ ਇਨਟੂ ਹਾਈਟ ਦਾ ਆਪਾਂ ਫਾਰਮੂਲਾ ਲਗਾ ਲੈਂਦੇ ਹਾਂ। ਠੀਕ ਹੈ, अगर ਆਪਾਂ ਨੂੰ ट्रायंगल्स ਦੇ वर्टिसेस ਦਿੱਤੇ ਹੋਣ ਤਾਂ ਆਪਣੇ ਕੋਲ ਹੀਰੋਜ਼ ਫਾਰਮੂਲਾ ਵੀ ਹੈਗਾ ਓਕੇ। ਤੇ ਇੱਕ ਫਾਰਮੂਲਾ ਆਪਾਂ ਹੋਰ ਪੜਿਆ ਸੀਗਾ ਇੱਥੇ x1 y2 y3 plus x2 y3 y1 plus x3 y1 minus y2। ਤਾਂ ਇਹ ਵੀ ਆਪਣੇ ਕੋਲ ਹੈਗਾ ਜੇ ਤਿੰਨ ਵਰਟਿਸਿਸ ਦਿੱਤੇ ਹੋਣ। ਹੁਣ ਇਹ ਤਾਂ ਸੀ ਆਪਣੇ ਸਿੰਪਲ ਫਾਰਮੂਲੇ। ਜੇ ਆਪਾਂ ਡਿਟਰਮੀਨੈਂਟਸ ਦੀ ਹੈਲਪ ਨਾਲ ਟ੍ਰਾਇੰਗਲ ਦਾ ਏਰੀਆ ਕੱਢਣਾ ਹੋਵੇ ਤਾਂ ਆਪਾਂ ਉਹ ਕਿਵੇਂ ਕੱਢ ਸਕਦੇ ਹਾਂ। ਸਪੋਜ਼ ਵੀ ਹੈਵ ਅ ਟ੍ਰਾਇੰਗਲ ਐਂਡ whose vertices are x1 y1 x2 y2 x3 y3। So area of the triangle is given by area of the triangle ABC is equal to 1/2. This is the sign of determinant and here we have first point A point x1 y1 x2 y2 x3 y3। तो ਆਪਾਂ ਇਹਨੂੰ ਸੋਲਵ ਕਰਾਂਗੇ ਡਿਟਰਮੀਨੈਂਟ ਨੂੰ 3 into 3 ਆਰਡਰ ਦਾ, ਯਾਨੀ ਕਿ ਥਰਡ ਆਰਡਰ ਦਾ ਇੱਕ ਡਿਟਰਮੀਨੈਂਟ ਬਣਾ ਕੇ ਆਪਾਂ ਇਹਨੂੰ ਸੋਲਵ ਕਰਾਂਗੇ। ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਉਹ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਡਿਟਰਮੀਨੈਂਟ ਨੂੰ ਕਿਵੇਂ ਸੋਲਵ ਕਰਦੇ ਹਾਂ। ਯੂ ਕੈਨ ਆਈਦਰ ਐਕਸਪੈਂਡ ਇਟ ਬਾਈ r1 or expand it by c1 or with any row or with any column, it's your wish। ਤਾਂ ਇੱਥੇ ਜੇ ਆਪਾਂ ਇਹਨੂੰ ਐਕਸਪੈਂਡ ਕਰਦੇ ਹਾਂ ਤਾਂ ਆਪਣੇ ਕੋਲ ਆਏਗਾ I am expanding through r1 x1 it's here we have y2 minus y3 okay minus y1 x2 minus x3 plus 1 x2 3 और थर्ड अपना जो एलिमेंट है दिस इज अवर r1 और c3 ਉਹਦੇ ਤੋਂ ਐਕਸਪੈਂਡ ਕਰ ਰਹੇ ਹਾਂ ਆਪਾਂ ਤਾਂ x2 y3 x3 y2 ਓਕੇ। ਹੁਣ ਜਦੋਂ ਆਪਾਂ ਇਹਨੂੰ ਸੋਲਵ ਕਰਦੇ ਹਾਂ ਤਾਂ ਆਪਣੇ ਕੋਲ ਆਹੀ ਐਕਸਪ੍ਰੈਸ਼ਨ ਆ ਜਾਏਗਾ ਜੋ ਆਪਾਂ ਆਪਣੀਆਂ ਛੋਟੀ ਕਲਾਸਾਂ ਵਿੱਚ ਪੜਿਆ ਹੋਇਆ ਹੈ। ਹੁਣ ਏਰੀਆ ਜਿਹੜਾ ਇੱਕ ਟ੍ਰਾਇੰਗਲ ਦਾ ਹੈ ਉਹ ਹਮੇਸ਼ਾ ਇੱਕ ਪੋਜ਼ਿਟਿਵ ਕੁਆਂਟੀਟੀ ਰਹੇਗੀ। ਦੈਟ ਮੀਨਸ ਅਗਰ ਤੁਸੀਂ ਡਿਟਰਮੀਨੈਂਟ ਜਦੋਂ ਸੋਲਵ ਕਰਦੇ ਹੋ ਤਾਂ ਤੁਹਾਡੇ ਕੋਲ ਅਗਰ 네ਗੇਟਿਵ ਆਨਸਰ ਵੀ ਆ ਜਾਂਦਾ ਹੈ, ਯਾਨੀ ਕਿ 네ਗੇਟਿਵ ਨਿਊਮੈਰੀਕਲ ਵੈਲਿਊ ਜੇ ਆ ਜਾਂਦੀ ਹੈ ਤਾਂ ਆਪਾਂ ਉਹਦੇ ਵਿੱਚ ਸਿਰਫ ਪੋਜ਼ਿਟਿਵ ਵੈਲਿਊ ਹੀ ਚੂਜ਼ ਕਰਾਂਗੇ, ਯਾਨੀ ਕਿ ਐਬਸੋਲੂਟ ਵੈਲਿਊ, ਯਾਨੀ ਕਿ ਉਹਦਾ ਆਪਾਂ ਮੋਡੂਲਸ ਲੈ ਲਾਂਗੇ। ਠੀਕ ਹੈ, ਕਿਉਂਕਿ ਏਰੀਆ ਡਿਸਟੈਂਸ these are positive quantities। ਇੱਕ ਹੋਰ ਮੈਂ ਇੱਥੇ ਗੱਲ ਦੱਸਦਾ ਕਿ ਜਦੋਂ ਤੁਸੀਂ ਏਰੀਆ ਕੱਢਣਾ ਹੈ ਉਦੋਂ ਤਾਂ ਆਨਸਰ ਤੁਸੀਂ ਪੋਜ਼ਿਟਿਵ ਹੀ ਲੈਣਾ ਹੈ, ਲੇਕਿਨ ਜਦੋਂ ਤੁਹਾਨੂੰ ਏਰੀਆ ਗਿਵਨ ਹੋਵੇ when area is given to you ਤਾਂ ਤੁਸੀਂ ਕੋਈ ਨਾ ਕੋਈ ਐਲੀਮੈਂਟ ਦੀ ਜਾਂ ਆਰਬਿਟਰੀ ਕਨਸਟੈਂਟ ਦੀ ਵੈਲਿਊ ਕੱਢਣੀ ਹੋਵੇਗੀ। ਤਾਂ ਤੁਸੀਂ ਜਦੋਂ ਕੁਐਸਚਨ ਨੂੰ ਸੋਲਵ ਕਰੋਗੇ ਉਦੋਂ ਤੁਸੀਂ ਏਰੀਆ ਦੀ ਦੋਨੋਂ ਪਲੱਸ ਔਰ ਮਾਈਨਸ ਵੈਲਿਊਜ਼ ਨੂੰ ਲੈ ਕੇ ਕੁਐਸਚਨ ਨੂੰ ਸੋਲਵ ਕਰਨਾ ਹੈ। ਇਹ ਵੀ ਗੱਲ ਧਿਆਨ ਰੱਖਣੀ ਹੈ। ਫਿਰ ਇੱਕ ਗੱਲ ਹੋਰ,
ਜਦੋਂ ਇੱਕ ਹੀ ਲਾਈਨ ਦੇ ਉੱਪਰ ਤਿੰਨ ਪੁਆਇੰਟਸ ਦਿੱਤੇ ਹੋਣਗੇ, ਦੋਜ਼ ਪੁਆਇੰਟਸ ਆਰ ਕਾਲਡ ਕੋਲੀਨੀਅਰ ਪੁਆਇੰਟਸ, ठीक है, and area of those collinear points are area of ABC when these are collinear, ਤਾਂ ਇੱਥੋਂ ਜੋ ਟ੍ਰਾਇੰਗਲ ਬਣੇਗੀ ਉਹਦਾ ਜੋ ਏਰੀਆ ਹੋਏਗਾ ਉਹ 0 ਹੋਏਗਾ। ਠੀਕ, ਇਹ ਆਪਾਂ ਨੂੰ ਚੈੱਕ ਕਰਨ ਦਾ ਤਰੀਕਾ ਹੈ। ਦੋਨੋਂ ਚੀਜ਼ਾਂ ਠੀਕ ਨੇ। ਅਗਰ ਤਿੰਨ ਪੁਆਇੰਟਸ ਦਿੱਤੇ ਹੋਣ ਔਰ ਉਹਨਾਂ ਦਾ ਏਰੀਆ 0 ਹੋਵੇ, that means those points are collinear, ਔਰ अगर तीन कोलिनियर पॉइंट्स ने उन्हों का एरिया आपका कट दें विद हेल्प ऑफ दिस फार्मूला, देन एरिया मस्ट बी 0। ओके, नाउ आई एम गिविंग यू सम एग्जांपल्स रिलेटिंग टू दिस। ऐसे एग्जांपल दे विच आपां नूं कह रहा है यू हैव टू फाइंड आउट द एरिया ऑफ अ ट्रायंगल whose vertices are given to you as A having vertices 3 8 coordinates, B vertex having coordinates -4 2, C vertex having coordinates 5 1. So with the help of determinant method, area of triangle ABC is given by half of first vertex having coordinates 3 8, second -4 2, 5 1 1. So ਤੁਸੀਂ ਇਸ determinant ਨੂੰ solve ਕਰ ਲਓ। solve ਕਰਨਾ ਆਪਾਂ ਨੂੰ ਆਉਂਦਾ ਹੈ। I am expanding by R1, 2 minus 1 is 1, minus 8, minus 4, minus 5, 9, plus 1, minus 4, and minus 10, minus 14. Okay. ਤਾਂ ਇੱਥੇ 61/2 ਜਿਹੜਾ ਹੈਗਾ ਉਹ ਆਪਣੇ ਕੋਲ ਇਸ ट्रायंगल ਦਾ ਏਰੀਆ ਆ ਜਾਏਗਾ। ਇੱਕ ਹੋਰ ਐਗਜ਼ਾਮਪਲ ਆਪਾਂ ਲੈਨੇ ਆ। ਮੈਂ ਇੱਥੇ ਜੋ ਬੁੱਕ ਰੈਫਰ ਕਰ ਰਿਹਾ, ਜਿਹਦੇ ਮੈਂ ਇੱਥੇ ਤੁਹਾਨੂੰ ਟੌਪਿਕ ਕਰਵਾ ਰਿਹਾ, ਉਹ NCERT ਦੀ 10+2 ਦੀ ਬੁੱਕ ਹੈ, ਤਾਂ ਉਹ ਵੀ ਤੁਸੀਂ ਵੀ ਰੈਫਰ ਕਰ ਸਕਦੇ ਹੋ। ਉਹਦੇ ਵਿੱਚ ਹੁਣ ਜੋ ਸੈਕੰਡ ਐਗਜ਼ਾਮਪਲ ਹੈ that is find the equation of the line joining this and this, 2 points we have here, using determinants। डिटरमिनेंट ਦੀ ਹੈਲਪ ਨਾਲ ਤੁਸੀਂ ਇੱਕ ਇਕੁਏਸ਼ਨ ਬਣਾਣੀ ਹੈ ਜੋ ਇਹਨਾਂ ਦੋਨਾਂ ਪੁਆਇੰਟ ਦੇ ਵਿੱਚੋਂ ਹੋ ਕੇ ਗੁਜ਼ਰਦੀ ਹੈ, ਜੋ ਆਪਾਂ +1 ਦੇ ਵਿੱਚ ਕੋਆਰਡੀਨੇਟ ਜਿਓਮੈਟਰੀ ਪੜ੍ਹੀ ਹੋਈ ਹੈ ਉਹਦੇ ਤੋਂ ਰਿਲੇਟਡ ਹੀ ਕੁਐਸਚਨ ਹੈ। ਤਾਂ ਡਿਟਰਮੀਨੈਂਟਸ ਦੀ ਹੈਲਪ ਨਾਲ ਤੁਸੀਂ ਕੀ ਕਰੋਗੇ, ਇੱਥੇ ਆਪਾਂ ਨੂੰ ਆ ਲਾਈਨ ਦਿੱਤੀ ਹੋਈ ਹੈ A is 1 3, B is 0 1। ਸੋ ਆ ਦੋ ਪੁਆਇੰਟ ਜਿਹੜੇ ਉਹ ਕੋਲੀਨੀਅਰ ਨੇ। ਆਪਾਂ ਇੱਕ ਇੱਥੇ ਹੋਰ ਪੁਆਇੰਟ ਮੰਨ ਲੈਂਦੇ ਆ PXY, ਉਹ ਵੀ AB ਲਾਈਨ ਦੇ ਉੱਪਰ ਹੀ ਹੈ। ਇਹਦਾ ਮਤਲਬ ਇਹ ਤਿੰਨ ਪੁਆਇੰਟ ਜਿਹੜੇ ਨੇ APB, these are collinear points। ਓਕੇ, ਇਹਦਾ ਮਤਲਬ ਇਹਦਾ ਏਰੀਆ ਕਿੰਨਾ ਹੋਏਗਾ ਫਿਰ? ਅਗਰ ਮੈਂ ਇਹਨੂੰ ਟ੍ਰਾਇੰਗਲ ਮੰਨਣਾ, ਤਿੰਨ ਪੁਆਇੰਟ ਤੋਂ ਬਣੀ ਹੋਈ ਇੱਕ ਟ੍ਰਾਇੰਗਲ ਹੈ ਔਰ ਲੇਕਿਨ ਉਹ ਪੁਆਇੰਟਸ ਕੋਲੀਨੀਅਰ ਨੇ, ਤਾਂ ਤਿੰਨ ਕੋਲੀਨੀਅਰ ਪੁਆਇੰਟਸ ਦਾ ਅਗਰ ਆਪਾਂ ਇੱਕ ਟ੍ਰਾਇੰਗਲ ਮੰਨ ਕੇ ਏਰੀਆ ਕੱਢਦੇ ਆ ਤਾਂ ਏਰੀਆ ਆਫ ਟ੍ਰਾਇੰਗਲ APB ਇਜ਼ 0। ਬਸ ਆ ਮੈਂ ਫਾਰਮੂਲਾ ਲਗਾ ਲੈਣਾ ਹੈ, ਇੱਥੋਂ ਮੇਰੀ ਇਕੁਏਸ਼ਨ ਮੈਨੂੰ ਮਿਲ ਜਾਏਗੀ। ਤਾਂ ਹੁਣ ਮੈਂ ਇਹਨੂੰ ਮੰਨ ਕੇ ਚੱਲਦਾ ਹਾਂ ਕਿ ਆ ਇੱਕ ਟ੍ਰਾਇੰਗਲ ਹੈ APB ਐਂਡ ਵੀ ਆਲ ਨੋ ਕਿ ਅਗਰ ਕੋਲੀਨੀਅਰ ਪੁਆਇੰਟਸ ਹੈਗੇ ਨੇ ਤਾਂ ਉਹਨਾਂ ਦਾ ਏਰੀਆ ਜਿਹੜਾ ਹੈਗਾ ਉਹ 0 ਹੋਏਗਾ। ਤਾਂ ਮੈਂ ਇਹਨਾਂ ਨੂੰ ਲਿਖ ਲੈਣਾ। ਸਭ ਤੋਂ ਪਹਿਲਾਂ ਮੈਂ A ਪੁਆਇੰਟ ਲਿਖ ਲੈਣਾ 1 3 1, ਓਕੇ। फिर B दे पॉइंट्स लिख लेना 0 0 1 और फिर X Y 1 और ਇਹਦਾ ਏਰੀਆ ਕਿੰਨਾ ਹੈ 0। ਕਿਉਂ? ਕਿਉਂਕਿ ਪੁਆਇੰਟਸ ਕੋਲੀਨੀਅਰ ਨੇ। ਤੇ ਇਹਨੂੰ ਆਪਾਂ ਹੁਣ ਸੋਲਵ ਕਰ ਲੈਂਦੇ ਆ। ਦੇਖੋ ਤੁਸੀਂ ਹੁਣ ਆਪ ਦੱਸੋ ਆਪਣੇ ਕਾਮਨ ਸੈਂਸ ਦੇ ਨਾਲ ਕਿ ਮੈਨੂੰ ਕਿਹੜੀ ਰੋ ਤੋਂ ਜਾਂ ਕਿਹੜੀ ਕਾਲਮ ਤੋਂ ਮੈਨੂੰ ਇਹਨੂੰ ਐਕਸਪੈਂਡ ਕਰਨਾ ਬੜਾ ਹੀ ਵਧੀਆ ਰਹੇਗਾ। ਦੇਖੋ ਸੈਕਿੰਡ ਰੋ ਦੇ ਵਿੱਚ ਮੇਰੇ ਕੋਲ ਸਿਰਫ ਇੱਕ ਐਲੀਮੈਂਟ ਹੈ ਜਿਹੜਾ ਨॉन ਜ਼ੀਰੋ, ਤਾਂ ਮੈਂ ਇੱਥੇ ਅਗਰ ਇਹਨੂੰ ਐਕਸਪੈਂਡ करता ਤਾਂ फटाफट मेरे को क्वेश्चन सॉल्व हो जाएगा। तो मैं आई एम एक्सपेंडिंग दिस डिटरमिनेंट एक्सपेंडिंग बाय R2, ओके। आ भी 0 है, आ भी 0 है, तो सिर्फ आ बच गया मेरे को। ये जड़ा एलिमेंट है दिस इज आवर 2 3 एलिमेंट, ओके। तो इत्थे की आया फिर इन्हू एक्सपेंड कर रहे हैं ਆਪਾਂ 1 एलिमेंट लिख लिया नाल एंड -1 है दी पोजीशन 2 + 3 ਇਹਨੂੰ ਐਲੀਮੀਨੇਟ ਕਰਤਾ। ਆ ਮੇਰੇ ਕੋਲ ਬਚਿਆ 1 3 XY,
इक्वल टू 0 है ना। हम आप सॉल्व कर लेने हैं। ए कितना आया माइनस, ओके आ गया y माइनस 3x इक्वल टू 0 और माइनस में गेट कैंसल, इक्वेशन मेरे को की आ गई y इज इक्वल टू 3x आ मेरे को इक्वेशन आ गई o वाली लाइन दी जे जिथों ए लाइन ए दो पॉइंट्स तो होके गुजरती है। फाइंड द इक्वेशन ऑफ द लाइन जॉइनिंग दीस टू पॉइंट्स। ਇਹ ਦੋਨੋਂ ਪੁਆਇੰਟਸ ਇਹਨੂੰ ਸੈਟੀਸਫਾਈ ਕਰਦੇ ਆ, ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ। ਇਸ ਕਰਕੇ ਜੋ ਆਪਾਂ ਲਾਈਨ ਦੀ ਇਕੁਏਸ਼ਨ ਬਣਾਈ ਹੈ ਉਹ ਲਾਈਨ ਇਹਨਾਂ ਦੋਨੋਂ ਪੁਆਇੰਟਸ ਤੋਂ ਹੋ ਕੇ ਗੁਜ਼ਰਦੀ ਹੈ। ਓਕੇ ਨਾਓ ਦਾ ਸੈਕੰਡ ਪਾਰਟ। ਹੁਣ ਉਹ ਕਹਿੰਦਾ ਹੈ ਇੱਕ ਪੁਆਇੰਟ ਲਵੋ D, ਇਸ ਤਰ੍ਹਾਂ ਲਵੋ ਕਿ ਜਿਹੜਾ ਆਪਣੀ ਕੋਲ ਟ੍ਰਾਇੰਗਲ ਬਣੇਗੀ, ਠੀਕ ਹੈ ਆ ट्रायंगल बन रही है। पहले तो आ मेरे को पॉइंट्स ने 1 3, फिर मेरे को दूजा मैं रफ फिगर बना रहा है ना, नॉट एक्चुअल फिगर। और थर्ड मेरे को पॉइंट दिता है उन्हें K0। ओके हुन इत्थे जेडी ट्रायंगल बनी है ओदा एरिया कितना है अपने को गिवन, एरिया ऑफ ADB या ABD। ओके इको ही गल है ABD दैट इज 3। ਤਾਂ ਤੁਸੀਂ ਉਹੀ ਡਿਟਰਮੀਨੈਂਟ ਦੇ ਤਰੀਕੇ ਦੇ ਨਾਲ ਏਰੀਆ ਨੂੰ 3 ਦੇ ਬਰਾਬਰ ਕਰ ਦਿਓ। ਇਹਦਾ ਏਰੀਆ ਜਿਹੜਾ ਹੈਗਾ 131,001 ਔਰ ਇੱਥੇ ਆ ਗਿਆ ਮੇਰੇ ਕੋਲ K01, ਠੀਕ ਹੈ। ਇਹਦਾ ਕਿੰਨਾ ਹੋ ਗਿਆ 3। ਹੁਣ ਮੈਂ ਤੁਹਾਨੂੰ ਕੀ ਕਿਹਾ ਸੀਗਾ ਜਦੋਂ ਏਰੀਆ ਆਪਾਂ ਨੂੰ ਗਿਵਨ ਹੋਵੇ ਤਾਂ ਤੁਸੀਂ ਉਹਨੂੰ ਕੁਐਸਚਨ ਨੂੰ ਸੋਲਵ ਕਰਨਾ ਹੈ, ਦੋਨੋਂ ਪਲੱਸ ਮਾਈਨਸ ਵੈਲਿਊ ਲੈ ਕੇ ਸੋਲਵ ਕਰਨਾ ਹੋਣਾ, ਠੀਕ ਹੈ। ਤੇ ਆਪਾਂ ਉਸੇ ਤਰ੍ਹਾਂ ਇਹਨੂੰ R1 ਤੋਂ R2 ਤੋਂ ਆਪਾਂ ਇਹਨੂੰ ਸੋਲਵ ਕਰਦੇ ਹਾਂ ਤਾਂ ਆਪਣੇ ਕੋਲ ਕੀ ਆ ਜਾਏਗਾ ਇੱਥੇ ਆ ਹੈ -1 2 3 1 एलिमेंट है और मेरे को अंदर आ जाएगा 0 3k इज इक्वल टू +3, ठीक है। या मेरे को इतने कितना आया 3k इज इक्वल टू -3, दिस विल कैंसल आउट, k इज इक्वल टू 1 और इतने मेरे को आया k इज -1। तो k दी वैल्यूज की आ गई k is equal to +-1। okay so this is all about our how we can find out the area of a triangle with the help of determinants. Now we shall discuss with minors and cofactors. ਜਿਹੜਾ minor topic ਹੈਗਾ minor ਤੇ cofactor, okay first of all we are discussing with minor। ਇਹ ਅਗਰ ਮੈਂ ਤੁਹਾਨੂੰ ਉਵੇਂ ਦੇਸੀ ਜੀ ਲੈਂਗੁਏਜ ਵਿੱਚ ਗੱਲ ਕਰਾਂ ਤਾਂ ਮਾਈਨਰ ਇੱਕ ਐਲੀਮੈਂਟ ਦਾ ਔਰ ਉਹ ਐਲੀਮੈਂਟ ਇੱਕ ਡਿਟਰਮੀਨੈਂਟ ਦਾ ਅਗਰ ਆਪਾਂ ਲਈਏ, ਯਾਨੀ ਕਿ ਆਪਾਂ ਡਿਟਰਮੀਨੈਂਟ ਦਾ ਇੱਕ ਛੋਟਾ ਡਿਟਰਮੀਨੈਂਟ ਕੱਢ ਰਹੇ ਹੁੰਦੇ ਹਾਂ। ਸੋ ਮਾਈਨਰ of an element, suppose the element is aij, okay, of a determinant is the determinant, मतलब डिटरमिनेंट दे एलिमेंट दा माइनर जे ਆਪਾਂ ਕੱਢਦੇ ਆ ਤਾਂ ਉਹ ਵੀ ਇੱਕ ਡਿਟਰਮੀਨੈਂਟ ਹੀ ਆਉਂਦਾ ਹੈ by eliminating ith रो एंड jth कॉलम तो बाद ਜਿਹੜੇ ਮੇਰੇ ਕੋਲ डिटरमिनेंट बचेगा दैट इज द माइनर। ओके मैं ਤੁਹਾਨੂੰ ਇਹ ਕਲੀਅਰ ਕਰਦਾ ਹਾਂ ਵਿਦ ਦ ਹੈਲਪ ਆਫ ਐਨ ਐਗਜ਼ਾਮਪਲ। ਸੋ ਇੱਥੇ ਮੈਂ ਇੱਕ ਕੁਐਸਚਨ ਲੈ ਰਿਹਾ ਜਿਸ ਕੁਐਸਚਨ ਦੇ ਵਿੱਚ ਆਪਾਂ ਨੂੰ ਇਸ ਡਿਟਰਮੀਨੈਂਟ ਦੇ ਸਾਰੇ ਐਲੀਮੈਂਟਸ ਦੇ ਮਾਈਨਰਸ ਕੱਢਨੇ ਆ। ਫਾਈਂਡ ਮਾਈਨਰਸ ਆਫ ਆਲ ਐਲੀਮੈਂਟਸ ਇਨ ਦਿਸ। ਮਾਈਨਰਸ ਕੱਢਣ ਲੱਗੇ ਆਪਾਂ ਨੂੰ ਉਹਨਾਂ ਦੇ ਪੋਜੀਸ਼ਨਸ ਦੀ ਜਿਹੜੀ ਆਪਾਂ ਡਿਟਰਮੀਨੈਂਟ ਦੇ ਵਿੱਚ ਉਹਨਾਂ ਦੀ ਪੋਜੀਸ਼ਨ ਦੀ -1 ਦੀ ਪਾਵਰ ਕਰਦੇ ਸੀ ਕਿ ਉਹ ਕਰਨ ਦੀ ਲੋੜ ਨਹੀਂ ਹੈ। ਸਿੰਪਲੀ ਜਿਵੇਂ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਮਾਈਨਰ ਜੇ ਆਪਾਂ ਕੱਢਣਾ ਹੈ ਮਾਈਨਰ ਆਫ 1 ਔਰ ਇਹ ਕਿਹੜਾ ਐਲੀਮੈਂਟ ਹੈ A11 ਐਲੀਮੈਂਟ ਤਾਂ ਹੁਣ ਇਹਦੀ ਆਪਾਂ ਨੂੰ ਪੋਜੀਸ਼ਨ ਦੀ -1 ਪਾਵਰ ਮਲਟੀਪਲਾਈ ਕਰਨ ਦੀ ਲੋੜ ਨਹੀਂ ਹੈ। ਜਸਟ ਇਹਦੇ ਸਾਹਮਣੇ ਵਾਲਾ ਐਲੀਮੈਂਟ ਲੈ ਲਓ that is 3। okay minor of -2 this is our A12 ਤਾਂ ਇਹਦੇ ਸਾਹਮਣੇ ਵਾਲਾ ਕੀ ਹੈ 4, बड़ा ही आसान है। minor of 4 this is our 21 element, this is -2। okay minor of 3 A31
A22 ओके दिस इज A22 एलिमेंट ਤਾਂ ਇਹਦੇ ਸਾਹਮਣੇ ਵਾਲਾ ਐਲੀਮੈਂਟ ਕਿੰਨਾ ਹੈ 1 ਤਾਂ 2x2 ਆਰਡਰ ਦੇ ਡਿਟਰਮੀਨੈਂਟ ਦੇ ਵਿੱਚ ਮਾਈਨਰ ਕੱਢਣਾ ਬਿਲਕੁਲ ਈਜ਼ੀ ਹੈ ਜੋ ਵੀ ਐਲੀਮੈਂਟ ਲੈ ਰਹੇ ਹੋ ਉਹਦੇ ਸਾਹਮਣੇ ਵਾਲਾ ਐਲੀਮੈਂਟ ਲੈ ਲਓ ਇਹਦੇ ਆ ਸਾਹਮਣੇ ਹੈ ਆਪੋਜ਼ਿਟ ਐਲੀਮੈਂਟ ਲੈ ਲਓ ਦੇਖੋ ਹੁਣ ਤੁਹਾਨੂੰ ਮੈਂ ਇਹਦੇ ਨਾਲ ਹੀ ਕੋਫੈਕਟਰ ਬਾਰੇ ਵੀ ਦੱਸ ਦੇਣਾ ਕਿ ਕੋਫੈਕਟਰ ਕੀ ਹੁੰਦਾ ਹੈ ਆਪਾਂ ਮਾਈਨਰ ਨੂੰ ਡਿਨੋਟ ਕਰਦੇ ਆ MIJ ਨਾਲ ਯਾਨੀ ਕਿ ਇੱਥੇ ਜਿਹੜਾ ਮੈਂ ਐਲੀਮੈਂਟ ਕੱਢਿਆ ਹੈ ਮਾਈਨਰ ਕੱਢਿਆ ਉਹਦਾ ਨਾਮ ਹੈ M11 ਇਹਦਾ ਨਾਮ ਹੈ M12 ਇਹਦਾ ਨਾਮ ਹੈ M21 ਔਰ ਇਹਦਾ ਨਾਮ ਹੈ M22 ਕੋਫੈਕਟਰ ਕੀ ਹੁੰਦਾ ਹੈ ਕੋਫੈਕਟਰ ਦੇ ਵਿੱਚ ਆਪਾਂ ਉਹਨਾਂ ਦੀ ਪੋਜੀਸ਼ਨ ਨੂੰ ਵੀ ਮਲਟੀਪਲਾਈ ਕਰਦੇ ਆ ਨਾਲ ਪੋਜੀਸ਼ਨ ਜਿਹੜੀ ਆਈ ਜਿਵੇਂ A11 ਪੋਜੀਸ਼ਨ ਹੈ ਓਕੇ ਤਾਂ ਇਹਦੇ ਨਾਲ ਫਿਰ ਆਪਾਂ -1 ਦਾ ਸਾਈਨ ਵੀ ਮਲਟੀਪਲਾਈ ਕਰਾਂਗੇ ਦਿਸ ਇਜ਼ ਦਾ ਮੇਨ ਡਿਫਰੈਂਸ ਬਿਟਵੀਨ ਮਾਈਨਰਸ ਐਂਡ ਕੋਫੈਕਟਰ ਓਕੇ ਤੇ ਜੇ ਆਪਾਂ ਇਹਦਾ ਹੁਣ ਕੋਫੈਕਟਰ ਕੱਢਣ ਲੱਗੇ ਆ ਤਾਂ ਫਿਰ ਉਹ ਕੀ ਆਏਗਾ ਐਸੇ ਕੁਐਸਚਨ ਦੇ ਵਿੱਚ ਤੇ ਜੇ ਆਪਾਂ ਕੋਫੈਕਟਰ ਕੱਢਣਾ ਹੈ ਕੋਫੈਕਟਰ ਨੂੰ ਆਪਾਂ ਡਿਨੋਟ ਕਰਦੇ ਆ AIJ ਨਾਲ ਤਾਂ ਕੋਫੈਕਟਰ ਦਾ ਫਿਰ ਫਾਰਮੂਲਾ ਕੀ ਬਣੇਗਾ AIJ -1 of I plus jth ਪੋਜੀਸ਼ਨ ਔਰ ਜਿਹੜਾ ਆਪਾਂ ਮਾਈਨਰ ਕੱਢ ਲਿਆ ਉਸੇ ਪੋਜੀਸ਼ਨ ਦਾ ਇਹ ਫਾਰਮੂਲਾ ਬਣਦਾ ਹੁਣ ਮੈਂ ਉਸੇ ਹੀ ਕੁਐਸਚਨ ਦੇ ਵਿੱਚ ਉਸੇ ਹੀ ਸਾਰੇ ਐਲੀਮੈਂਟਸ ਦਾ ਤੁਹਾਨੂੰ ਕੋਫੈਕਟਰ ਕੱਢ ਕੇ ਦਿਖਾਣਾ ਕੋਫੈਕਟਰ ਆਫ 1 ਸੋ ਐਲੀਮੈਂਟ ਨੇਮ ਇਜ਼ A11 and our cofactor name is capital A11 and it will come out to be 1 plus 1 into minor is 3 ਤਾਂ ਕਿੰਨਾ ਆ ਗਿਆ 3 ਹੁਣ ਆ ਜਾਓ cofactor of -2 in this determinant okay ਇਹ determinant ਕਿਹੜਾ determinant ਦੇ ਵਿੱਚ ਇਹ ਐਲੀਮੈਂਟ ਕਿਹੜੀ ਪੋਜੀਸ਼ਨ ਤੇ ਹੈ A12 ਔਰ cofactor ਦਾ ਕੀ ਨਾਮ ਹੈ कैपिटल A12 ਹੁਣ -1 ਨਾਲ ਮਲਟੀਪਲਾਈ ਕਰਾਂਗੇ ਤੇ ਉਹਦੀ ਪੋਜੀਸ਼ਨ ਨੂੰ ਆਪਾਂ ਉੱਥੇ ਐਡ ਕਰ ਦਾਂਗੇ 1 + 2 ਹੈਗਾ ਕੀ ਹੈ 4 ਜੋ ਆਪਾਂ ਮਾਈਨਰ ਕੱਢਿਆ ਸੀਗਾ ਉਹ ਇੱਥੇ ਨਾਲ ਲਾ ਦਿੰਨੇ ਆ ਤਾਂ ਇੱਥੇ ਕਿੰਨਾ ਆ ਗਿਆ -4 ਤਾਂ ਮਾਈਨਰ ਤੇ ਕੋਫੈਕਟਰ ਵਿੱਚ ਸਿਰਫ ਸਾਈਨਸ ਦਾ ਫਰਕ ਹੈ ਉਹਨਾਂ ਦੀ ਪੋਜੀਸ਼ਨ ਦੇ ਅਕੋਰਡਿੰਗ ਓਕੇ ਹੁਣ ਆ ਜਾਓ ਕੋਫੈਕਟਰ ਆਫ 4 ਇਜ਼ ਇਨ ਔਨ 2 1 ਪੋਜੀਸ਼ਨ ਤਾਂ 2 1 -2 + 1 ਔਰ ਜਿਹੜਾ ਮਾਈਨਰ ਆਇਆ ਸੀਗਾ ਉਹ -2 ਸੀਗਾ ਤਾਂ ਹੁਣ ਆ ਜਾਏਗਾ +2 ਦੇਖੋ ਇੱਥੇ -2 ਆਇਆ ਮਾਈਨਰ ਤੇ ਦਾ ਸਾਈਨ ਚੇਂਜ ਹੋ ਗਿਆ ਕੋਫੈਕਟਰ ਵੇਲੇ ਕੋਫੈਕਟਰ ਆਫ 3 a ਕਿੰਨਾ ਸੀਗਾ ਪੋਜੀਸ਼ਨ ਇਹਦੀ A22 ਤਾਂ ਕੋਫੈਕਟਰ ਕਿੰਨਾ ਹੋ ਗਿਆ A22 -1 ਪਾਵਰ 2 + 2 ਔਰ ਇੱਥੇ ਕੋਫੈਕਟਰ ਵੈਲਿਊ ਕਿੰਨੀ ਹੈ ਮਾਈਨਰ ਦੀ ਵੈਲਿਊ ਕਿੰਨੀ ਹੈ 1 ਤਾਂ ਇੱਥੇ ਆਪਣਾ ਟੋਟਲ ਆ ਗਿਆ 1 ਤਾਂ ਇਹ ਡਿਫਰੈਂਸ ਹੈ ਮਾਈਨਰ ਤੇ ਕੋਫੈਕਟਰ ਵਿੱਚ ਮਾਈਨਰ ਕੀ ਹੈ ਮਾਈਨਰ ਜਿਹੜੇ ਵੀ ਐਲੀਮੈਂਟ ਦਾ ਆਪਾਂ ਕੱਢ ਰਹੇ ਆ ਉਹਦਾ ਵਾਸਤਵ ਵਿੱਚ ਉਹ ਡਿਟਰਮੀਨੈਂਟ ਹੁੰਦਾ ਤਾਂ ਦੋ ਆਰਡਰ ਦੇ ਡਿਟਰਮੀਨੈਂਟ ਦੇ ਵਿੱਚ ਤਾਂ ਉਹਦਾ ਸਾਹਮਣੇ ਵਾਲਾ ਐਲੀਮੈਂਟ ਹੀ ਹੋਏਗਾ ਹੁਣ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋਏਗਾ ਆਈ ਐਮ ਟੇਕਿੰਗ ਐਨ ਐਗਜ਼ਾਮਪਲ ਆਫ ਥਰਡ ਆਰਡਰ ਡਿਟਰਮੀਨੈਂਟ ਹੁਣ ਆਪਣੇ ਕੋਲ ਹੈ ਇੱਕ ਥਰਡ ਆਰਡਰ ਦਾ ਡਿਟਰਮੀਨੈਂਟ ਔਰ ਇਹਦੇ ਹਰੇਕ ਐਲੀਮੈਂਟ ਦੇ ਆਪਾਂ ਮਾਈਨਰਸ ਤੇ ਕੋਫੈਕਟਰ ਕੱਢਨੇ ਆ ਜੇ ਤੁਹਾਨੂੰ ਮੈਂ ਤਰੀਕਾ ਦੱਸਿਆ ਬਿਲਕੁਲ ਉਸੇ ਤਰ੍ਹਾਂ ਆਪਾਂ ਕਰਾਂਗੇ ਇਹਦੇ ਹਰ ਇੱਕ ਐਲੀਮੈਂਟ ਦੀ ਆਪਾਂ ਪੋਜੀਸ਼ਨ ਲੈ ਲਾਂਗੇ ਕਿਹੜੇ ਪੋਜੀਸ਼ਨ ਤੇ ਹੈਗੇ ਨੇ ਤਾਂ ਪਹਿਲੇ ਆਪਾਂ ਉਹਦਾ ਮਾਈਨਰ ਕੱਢ ਲੈਨੇ ਆ ਨਾਲ ਹੀ ਆਪਾਂ ਉਹਨਾਂ ਦੇ ਕੋਫੈਕਟਰਸ ਕੱਢ ਲੈਨੇ ਆ ਤਾਂ ਇੱਥੇ ਮੈਂ ਲਿਖ ਰਿਹਾ M11 ਇਹ ਤਾਂ ਤੁਸੀਂ ਮਤਲਬ ਸਮਝ ਜਾਓਗੇ ਇਹਦਾ ਮਤਲਬ ਹੈ ਮਾਈਨਰ ਆਫ ਦਾ ਐਲੀਮੈਂਟ ਐਟ 1 1 ਪੋਜੀਸ਼ਨ ਓਕੇ ਔਰ ਉਹ ਹੈ ਕੀ ਆ 2 ਹੈ ਆਪਾਂ 2 ਐਲੀਮੈਂਟ ਨਹੀਂ ਲੈਣਾ ਹੁਣ ਕੀ ਕਰਾਂਗੇ ਆਪਾਂ ਇਹਦੇ ਨੀਚੇ ਦੇ ਐਲੀਮੈਂਟਸ ਤੇ ਇਹਦੇ ਸਾਹਮਣੇ ਦੇ ਐਲੀਮੈਂਟਸ ਨੂੰ ਆਪਾਂ ਡਿਲੀਟ ਕਰ ਦਾਂਗੇ ਜੋ ਆਪਣੇ ਕੋਲ ਬਚੇਗਾ ਉਹਦਾ ਆਪਾਂ ਡਿਟਰਮੀਨੈਂਟ ਕੱਢ ਲਾਂਗੇ ਠੀਕ ਹੈ ਸਾਈਨ ਨਹੀਂ ਲੈਣਾ ਬਸ ਤੁਸੀਂ ਜਿਹੜੇ ਵੀ ਐਲੀਮੈਂਟਸ ਨੇ ਉਹਨਾਂ ਦੀ -1 ਪੋਜੀਸ਼ਨ ਨਹੀਂ ਲੈਣੀ ਉਹ ਆਪਾਂ ਕੋਫੈਕਟਰ ਵੇਲੇ ਲਵਾਂਗੇ ਤਾਂ ਇੱਥੇ ਹੁਣ ਤੁਸੀਂ ਇਹਨੂੰ ਬਿਲਕੁਲ ਉਵੇਂ ਜਿਵੇਂ ਦੋ ਆਰਡਰ ਦਾ ਡਿਟਰਮੀਨੈਂਟ ਆਪਾਂ ਕੱਢਦੇ ਆ this multiply with this minus this multiply with this ਤਾਂ ਇੱਥੇ ਆ ਗਿਆ ਮੇਰੇ ਕੋਲ -20 ਓਕੇ ਤਾਂ ਜੇ ਮੈਂ ਇਹਦਾ ਕੋਫੈਕਟਰ ਕੱਢ ਲਵਾਂ A11 ਦਾ ਮਤਲਬ ਕੀ ਹੋਏਗਾ ਕੋਫੈਕਟਰ ਆਫ ਦਾ ਐਲੀਮੈਂਟ which is at the position of 1 1
ਰਾਈਟ। ਤਾਂ ਹੁਣ ਆਪਾਂ ਕੀ ਕਰਾਂਗੇ, ਇਹਦੇ ਨਾਲ ਆਪਾਂ -1 ਮਲਟੀਪਲਾਈ ਕਰਕੇ ਇਹਦੀ ਪੋਜੀਸ਼ਨ ਨੂੰ ਉੱਤੇ ਐਡ ਕਰਾਂਗੇ, ਤਾਂ ਮਾਈਨਰ ਨੂੰ ਨਾਲ ਮਲਟੀਪਲਾਈ ਕਰ ਦਾਂਗੇ -20। ਤਾਂ ਹੁਣ -1 ਪਾਵਰ 1 + 1 ਹੈ, ਉਹ ਪਲੱਸ ਹੋ ਜਾਏਗੀ, ਤਾਂ ਕੋਫੈਕਟਰ ਵੀ ਕਿੰਨਾ ਆ ਗਿਆ, -20। ਠੀਕ ਹੈ, ਤੇ ਜਿਹੜਾ ਪਹਿਲੇ ਪੋਜੀਸ਼ਨ ਤੇ ਸੀਗਾ ਉਹਦਾ ਮਾਈਨਰ ਤੇ ਕੋਫੈਕਟਰ ਸੇਮ ਹੈ। ਹੁਣ ਆ ਜਾਓ -3 ਤੇ, ਇਹਦਾ ਕੀ ਨਾਮ ਦੇਵਾਂਗੇ ਆਪਾਂ, M12 मतलब माइनर of that element which is at the position of 1 2, ਤਾਂ 1 2 ਪੋਜੀਸ਼ਨ ਤੇ -3 ਹੈ। ਓਕੇ, ਹੁਣ ਆਪਾਂ ਕੀ ਕਰਾਂਗੇ, ਇਹਦੇ ਨੀਚੇ ਦੇ ਸਾਰੇ ਐਲੀਮੈਂਟਸ ਡਿਲੀਟ ਕਰਾਂਗੇ, ਉਹਦੇ ਸਾਹਮਣੇ ਦੇ ਸਾਰੇ ਐਲੀਮੈਂਟ ਡਿਲੀਟ ਕਰ ਦਾਂਗੇ। ਜੋ ਬਚਿਆ ਆ ਚੀਜ਼ ਬਚੀ 6 4 1 7। ਓਕੇ, 6 4 1 7, ਇਹਨੂੰ ਆਪਾਂ ਸੋਲਵ ਕਰ ਦਿੰਨੇ ਆ। ਇਹ ਸੋਲਵ ਹੋ ਕੇ ਕਿੰਨਾ ਆਏਗਾ, this is our -46। ਤੇ ਜੇ ਮੈਂ A12 ਕੱਢਣਾ ਹੋਵੇ ਯਾਨੀ ਕਿ ਕੋਫੈਕਟਰ ਕੱਢਣਾ ਹੋਵੇ, ਤਾਂ ਨਾਲ ਮੈਂ ਪੋਜੀਸ਼ਨ ਦੀ ਹੈ ਨਾ ਮਾਈਨਸ ਪਾਵਰ ਦੀ ਉੱਪਰ ਜਿਹੜੀ ਹੈ ਉਹਦੀ ਪੋਜੀਸ਼ਨ ਨੂੰ ਐਡ ਕਰ ਦਾਂਗਾ। A12 is A1 + 2 ਔਰ ਮੇਰੇ ਕੋ ਮਾਈਨਰ ਕਿੰਨਾ ਆਇਆ -46। ਤਾਂ ਇੱਥੋਂ ਮਾਈਨਸ ਤੇ ਆ ਮਾਈਨਸ ਹੋ ਗਿਆ ਪਲੱਸ, ਤੇ ਆ ਗਿਆ ਮੇਰੇ ਕੋਲ +46। ਸੋ ਮਾਈਨਰ ਆ ਗਿਆ ਆ ਤੇ ਕੋਫੈਕਟਰ ਮੇਰੇ ਕੋਲ ਆ ਗਿਆ। ਹੁਣ ਆਪਾਂ ਕੱਢਦੇ ਆ M13। M13 means minor of the element that is in the position of 1 3। ਇਹਦੇ ਨੀਚੇ ਵਾਲੇ ਇਹਦੇ ਸਾਹਮਣੇ ਵਾਲੇ ਡਿਲੀਟ ਕਰਨ ਤੋਂ ਬਾਅਦ ਮੇਰੇ को मिलेंगे 6015। 6015 सॉल्व करांगे ਤਾਂ 30। ओके, और A13 कटांगा यानी कि कोफैक्टर जे मैं कटांगा तो आ जाएगा -1 पावर 1 + 3 * 30। ਤਾਂ ਆ ਵੀ 30 ਆ ਗਿਆ। ਤਾਂ ਮੈਂ ਇੱਕ ਰੋ ਦੇ ਐਲੀਮੈਂਟਸ ਤੁਹਾਨੂੰ ਕੱਢ ਕੇ ਦਿਖਾਏ ਨੇ, ਦੇ ਐਲੀਮੈਂਟਸ ਦੇ ਮਾਈਨਰ ਤੇ ਕੋਫੈਕਟਰ ਮੈਂ ਤੁਹਾਨੂੰ ਕੱਢ ਕੇ ਦਿਖਾਏ ਨੇ। ਹੁਣ ਆਪਾਂ ਸੈਕਿੰਡ ਰੋ ਵੀ ਲੈ ਲੈਨੇ ਆ, ਕੋਈ ਗੱਲ ਨਹੀਂ। ਠੀਕ ਹੈ, ਇੱਥੇ ਮੇਰੇ ਕੋਲ ਆ ਗਿਆ M21। ठीक, ਇਹਦੇ ਸਾਹਮਣੇ ਦੇ ਡਿਲੀਟ ਕਰਤੇ, ਇਹਦੇ ਆਮਨੇ ਨੀਚੇ ਉੱਪਰ ਦੇ ਵੀ ਕਰਤੇ। ਠੀਕ ਹੈ, ਮੇਰੇ ਕੋਲ ਆ ਬਚਿਆ -3 5 5 -7। ਤਾਂ ਇੱਥੇ ਆ ਗਿਆ 21 -25, this is -4। ऐसे ही पोजीशन ਦਾ ਮੈਂ ਕੋਫੈਕਟਰ ਵੀ ਕੱਢ ਦੇਣਾ। कैपिटल A21 means कोफैक्टर्स। -1 पावर 2 + 1 -4, this is comes out to be +4। ਹੁਣ M22 ਆ ਜੰਨੇ ਆ। M22 ਦਾ ਮਤਲਬ ਆਪਾਂ ਐਲੀਮੈਂਟ ਨਹੀਂ ਨਾ ਨਾਲ ਲੈ ਰਹੇ ਹੈਗੇ, ਆਪਾਂ ਤਾਂ ਉਹਦੀ ਪੋਜੀਸ਼ਨ ਨੂੰ ਕਾਊਂਟ ਕਰ ਰਹੇ ਹਾਂ ਬਸ। ਐਲੀਮੈਂਟ ਦੀ ਪੋਜੀਸ਼ਨ ਕਿੱਥੇ ਹੈ, 22 ਦੇ ਉੱਪਰ ਹੈ। ਤਾਂ 22 ਦੇ ਉੱਪਰ ਨੀਚੇ ਦੇ ਐਲੀਮੈਂਟਸ ਉਹਦੇ ਆਮਨੇ ਸਾਹਮਣੇ ਦੇ ਐਲੀਮੈਂਟਸ ਆਪਾਂ ਉਹ ਡਿਲੀਟ ਕਰਤੇ, ਤੇ ਮੇਰੇ ਕੋਲ ਬਚਿਆ 2 5 1 -7। ਆ ਗਿਆ ਮੇਰੇ ਕੋਲ -19 19। और ਇੱਥੇ ਮੈਂ ਕੱਢ ਰਿਹਾ ਇਹਦਾ ਕੋਫੈਕਟਰ -1 ਪਾਵਰ 2 + 2, ਔਰ ਨਾਲ ਮੈਂ ਇਹਦੇ ਮਾਈਨਰ ਮਲਟੀਪਲਾਈ ਕੀਤਾ ਜੋ ਮੈਂ ਹੁਣੇ ਕੱਢਿਆ, ਇਹ ਆ ਗਿਆ -19। ਐਸੇ ਤਰ੍ਹਾਂ ਹੀ M23 ਲੈ ਲਓ। M23 ਮੀਨਸ ਆ ਵਾਲੇ ਇਹ ਪੋਜੀਸ਼ਨ ਦੇ ਆਪਾਂ ਲੈ ਰਹੇ ਹਾਂ। ਆ ਵੀ ਖਤਮ, ਆ ਵੀ ਖਤਮ, ਆ ਤੇ ਆ ਬਚ ਗਏ ਮੇਰੇ ਕੋਲ 2 -3 1 5। ਇਹਨੂੰ ਸੋਲਵ ਕਰਦੇ ਹਾਂ। 10 ਤੇ 3 13। ओके, तो ਇੱਥੇ ਆ ਗਿਆ 2 3 -1 ਪਾਵਰ 2 + 3 13 ਨਾਲ ਮਲਟੀਪਲਾਈ ਕੀਤਾ। -1 ਪਾਵਰ 2 + 3 ਔਡ ਪਾਵਰ ਹੈ, ਤਾਂ ਮੇਰੇ ਕੋਲ ਆ ਗਿਆ -13। ਤਾਂ ਮੈਂ ਤੁਹਾਨੂੰ ਦੋ ਰੋਜ਼ ਦੇ ਇੱਥੇ ਮਾਈਨਰਸ ਤੇ ਕੋਫੈਕਟਰ ਕੱਢਤੇ, ਚਲੋ ਥਰਡ ਰੋ ਦੇ ਵੀ ਕੱਢ ਦਿੰਨੇ ਆ। ਠੀਕ ਹੈ, ਇੱਥੇ ਆ ਗਿਆ 3 1 3 1 ਦੇ ਐਲੀਮੈਂਟ ਫਟਾਫਟ ਦੇਖਦੇ ਆ ਆਪਾਂ। ਹੁਣ ਇਹ ਮੇਰੇ ਕੋਲ ਆਣਗੇ -3 5। ਹੁਣ ਤਾਂ ਮੈਂ ਥੋੜੀ ਛੇਤੀ ਕਰ ਸਕਦਾ, ਤੁਹਾਨੂੰ ਸਮਝ ਆ ਗਿਆ ਹੋਣਾ ਸਾਰਿਆਂ ਨੂੰ। ਓਕੇ, ਆ ਚੀਜ਼ ਲੈ ਲਈ ਮਾਈਨਸ ਇਹਦੇ ਕੱਢ ਰਹੇ ਆਪਾਂ ਹੁਣ ਮਾਈਨਰ ਤੇ ਕੋਫੈਕਟਰ। -12 और A31 आ गया, A भी -12 आ गया। क्यों? क्योंकि यदि पोजीशन तो मल्टीप्लाई करांगे तो पोजीशन प्लस आ जाएगी। M31 M32 32 मीन्स आ वाली पोजीशन है, आ भी खत्म, आ भी खत्म। मेरे को आ गया 2 5 6 4 ते -22।
A32 भी कढ़ लेने A23 क्योंकि पोजीशन अपनी ऑड आ जाएगी ऐड करके ਤੇ -22 ਜਿਹੜਾ ਹੈਗਾ ਉਹ +22 ਹੋ ਜਾਏਗਾ। ਲਾਸਟ ਆਪਾਂ ਕੱਢਦੇ ਹਾਂ ਹੁਣ M33 ਇਹ ਮੇਰੇ ਕੋਲ ਆਏਗਾ 2 - 3 6 0 +18 और A33 ਆਏਗਾ ਉਹ ਵੀ +18 ਆ ਜਾਏਗਾ। ਤਾਂ ਇਹ ਮੈਂ ਤੁਹਾਨੂੰ ਪੂਰਾ ਕੁਐਸਚਨ ਕਰਕੇ ਦਿਖਾਇਆ ਕਿ ਇੱਕ 3 ਆਰਡਰ ਦੇ ਡਿਟਰਮੀਨੈਂਟ ਦੇ ਹਰੇਕ ਐਲੀਮੈਂਟ ਦਾ ਮਾਈਨਰ ਤੇ ਕੋਫੈਕਟਰ ਆਪਾਂ ਕਿਵੇਂ ਕੱਢ ਸਕਦੇ ਹਾਂ। ਫਰਕ ਕੀ ਹੈ ਔਰ ਹੈ ਕੀ ਮਾਈਨਰ ਔਰ ਕੋਫੈਕਟਰ ਵਾਸਤਵ ਵਿੱਚ ਇੱਕ ਵੱਡੇ ਡਿਟਰਮੀਨੈਂਟ ਦੇ ਛੋਟੇ ਡਿਟਰਮੀਨੈਂਟ ਹੀ ਹੁੰਦੇ ਨੇ। ਫਰਕ ਕੀ ਹੈ ਮਾਈਨਰ ਦੇ ਵਿੱਚ ਆਪਾਂ ਉਹਨਾਂ ਦੀ ਪੋਜੀਸ਼ਨ ਦੇ ਮਾਈਨਸ ਤੇ ਪਲੱਸ ਆਪਾਂ ਉਹਨੂੰ ਨੋਟ ਨਹੀਂ ਕਰਦੇ, ਸਾਰੇ ਐਬਸੋਲੂਟ ਵੈਲਿਊ ਲੈਂਦੇ ਆ, ਲੇਕਿਨ ਕੋਫੈਕਟਰ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਉਹਨਾਂ ਦੀ ਪੋਜੀਸ਼ਨ ਦੇ ਪਲੱਸ ਮਾਈਨਸ ਸਾਈਨ ਵੀ ਨਾਲ ਲੈਂਦੇ ਆ। ਇਹ ਆਪਾਂ ਨੂੰ ਫਰਕ ਹੈ ਇਹਦੇ ਵਿੱਚ। ਇੱਕ ਇਹਦੇ ਤੇ ਇੱਕ ਹੋਰ ਇੰਪੋਰਟੈਂਟ ਗੱਲ ਆਪਾਂ ਨੂੰ ਨਿਕਲਦੀ ਹੈ। ਅੱਛਾ ਇੱਥੇ ਹੁਣ ਉਹ ਕੀ ਕਹਿ ਰਿਹਾ ਇੱਕ ਵੈਰੀਫਾਈ ਵੀ ਤੁਸੀਂ ਕਰਨਾ, ਮੈਂ ਦੱਸਦਾ ਤੁਹਾਨੂੰ ਹੁਣੇ ਜੋ ਮੈਂ ਕਹਿ ਰਿਹਾ ਸੀਗਾ। ਇੱਥੇ ਵੈਰੀਫਾਈ ਜੋ ਆਪਾਂ ਕਰਨਾ ਹੈ ਉਹਨੂੰ ਕਹਿੰਦਾ ਹੈ ਜਿਹੜਾ ਐਲੀਮੈਂਟ ਤੁਸੀਂ ਲਿਆ A11 ਉਹਨੂੰ A11 ਨਾਲ ਮਲਟੀਪਲਾਈ ਕਰੋ। A11 ਕਿੰਨਾ ਹੈ ਆ ਹੈ ਔਰ A ਕੈਪੀਟਲ A11 ਕਿੰਨਾ ਹੈ -20 प्लस A12 कितना है A12 इज दिस और A32 कितना है A32 इज 22 वो भी इतने मल्टीप्लाई करो। A13 कितना है 5 और A33 कितना है A33 इज दिस 18 आ सारा मल्टीप्लाई करके फिर देखो 0 आना है कि नहीं आना। ਤਾਂ ਇਹ ਤੁਹਾਡਾ ਵੈਰੀਫਿਕੇਸ਼ਨ ਹੋ ਜਾਏਗਾ ਕਿ ਤੁਸੀਂ ਵੀ ਕੁਐਸਚਨ ਨੂੰ ਠੀਕ ਕਰ ਰਹੇ ਸੀਗੇ ਨਹੀਂ ਕਰ ਰਹੇ ਸੀਗੇ। ਠੀਕ ਹੈ ਇਹ ਤਾਂ ਅਸੀਂ ਆਪਣੇ ਮਾਈਨਰ ਤੇ ਕੋਫੈਕਟਰ ਆਪਾਂ ਕਿਵੇਂ ਕੱਢਨੇ ਆ। ਇਹਦੇ ਵਿੱਚ ਤੁਹਾਨੂੰ ਇੱਕ ਇੰਪੋਰਟੈਂਟ ਫਾਰਮੂਲਾ ਮੈਂ ਦੱਸਣ ਲੱਗਿਆ ਕਿ ਜਿਹੜੇ ਆਪਾਂ ਕੋਫੈਕਟਰ ਆਪਾਂ ਕੱਢਦੇ ਆ ਚਾਹੇ ਤੁਸੀਂ ਇੱਕ ਰੋ ਜਾਂ ਇੱਕ ਕਾਲਮ ਨੂੰ ਮੰਨ ਲਓ, ਜਿਵੇਂ ਆ ਫਸਟ ਰੋ ਨੂੰ ਮੰਨ ਲੈਂਦੇ ਆ ਜਾਂ ਫਸਟ ਕਾਲਮ ਨੂੰ ਮੰਨ ਲੈਂਦੇ ਆ। ਇਹਦੇ ਹੋ ਗਏ ਇਹ ਐਲੀਮੈਂਟਸ ਤੇ ਇਹਨਾਂ ਦੇ ਕੋਰਸਪੋਂਡਿੰਗ ਕੋਫੈਕਟਰਸ ਕਿਹੜੇ ਨੇ। ਜੇ ਉਹਨਾਂ ਨੂੰ ਇਹਦੇ ਐਲੀਮੈਂਟ ਦੀ ਪੋਜੀਸ਼ਨਸ ਦੇ ਨਾਲ ਮਲਟੀਪਲਾਈ ਕਰ ਦਈਏ, ਐਲੀਮੈਂਟਸ ਨੂੰ ਉਹਨਾਂ ਦੇ ਕੋਰਸਪੋਂਡਿੰਗ ਕੋਫੈਕਟਰਸ ਨਾਲ ਮਲਟੀਪਲਾਈ ਕਰ ਦਈਏ ਤਾਂ ਆਪਣੇ ਕੋਲ ਡਿਟਰਮੀਨੈਂਟ ਆ ਜਾਂਦਾ ਹੈ ਉਸ ਗਿਵਨ ਮੈਟ੍ਰਿਕਸ ਦਾ। ठीक है ਇਹਦਾ मतलब ਕੀ ਬਣਿਆ 2 A11 पोजीशन ਤੇ 2 एलिमेंट है और कैपिटल A11 कितना है -20 प्लस A22 पोजीशन ਤੇ कितना है A12 पोजीशन ਤੇ कितना है -3 और A12 पोजीशन ਤੇ कोफैक्टर कितना है 46 A13 पोजीशन ਤੇ 5 है और कैपिटल A13 कितना है ਉਹ ਹੈ 30। ਬਸ ਇਹਨੂੰ ਤੁਸੀਂ ਸੋਲਵ ਕਰ ਲਓ। ਦਿਸ ਇਜ਼ ਯੋਰ ਵੈਲਿਊ ਆਫ ਦਾ ਡਿਟਰਮੀਨੈਂਟ ਟੋਟਲ ਵੈਲਿਊ। ਜੇ ਤੁਸੀਂ ਇਹਨੂੰ ਐਵੇਂ ਵੀ ਐਕਸਪੈਂਡ ਕਰੋਗੇ ਤਾਂ ਵੀ ਉਹੀ ਆਨਸਰ ਆਏਗਾ, ਜਾਂ ਤੁਸੀਂ ਕੋਰਸਪੋਂਡਿੰਗ ਐਲੀਮੈਂਟਸ ਨੂੰ ਉਹਨਾਂ ਦੇ ਕੋਰਸਪੋਂਡਿੰਗ ਕੋਫੈਕਟਰਸ ਨਾਲ ਜੇ ਤੁਸੀਂ ਮਲਟੀਪਲਾਈ ਕਰਦੇ ਹੋ ਜੋੜਦੇ ਹੋ ਤਾਂ ਟੋਟਲ ਆਨਸਰ ਤੁਹਾਡਾ ਡਿਟਰਮੀਨੈਂਟ ਆ ਜਾਂਦਾ ਹੈ। ਠੀਕ ਹੈ ਦਿਸ ਇਜ਼ ਆਲ ਅਬਾਊਟ ਆਵਰ ਮਾਈਨਰਸ ਐਂਡ ਕੋਫੈਕਟਰਸ ਆਫ ਐਲੀਮੈਂਟਸ ਆਫ ਅ ਡਿਟਰਮੀਨੈਂਟ। ਜਿਵੇਂ ਆਪਾਂ ਹੁਣ ਮਾਈਨਰਸ ਤੇ ਕੋਫੈਕਟਰ ਕੱਢੇ ਆ, ਠੀਕ ਹੈ ਡਿਟਰਮੀਨੈਂਟ ਦੇ ਵਿੱਚ ਜਿਹੜੇ ਵੀ ਐਲੀਮੈਂਟ ਸੀ ਉਹਨਾਂ ਦੇ ਕੋਰਸਪੋਂਡਿੰਗ ਆਪਾਂ ਮਾਈਨਰਸ ਤੇ ਕੋਫੈਕਟਰ ਕੱਢ ਲਏ। ਓਕੇ ਇੱਕ ਇਹਦੇ ਨਾਲ ਹੀ ਜਿਸ ਬੱਚੇ ਨੂੰ ਵੀ ਹੁਣ ਮਾਈਨਰ ਤੇ ਕੋਫੈਕਟਰ ਕੱਢਣਾ ਆ ਗਿਆ ਬਸ ਉਹਨੂੰ ਹੁਣ ਐਡਜੁਆਇੰਟ ਵੀ ਕੱਢਣਾ ਆ ਜਾਏਗਾ ਮੈਟ੍ਰਿਕਸ ਦਾ। ਠੀਕ ਹੈ ਤੁਹਾਡੇ ਕੋਲ ਅਗਰ ਇੱਕ ਮੈਟ੍ਰਿਕਸ ਦਿੱਤੀ ਹੋਵੇ ਔਰ ਉਹ ਕਹੇ ਕਿ ਉਹਦਾ ਐਡਜੁਆਇੰਟ ਕੱਢੋ, ਐਡਜੁਆਇੰਟ ਇਜ਼ ਇਨ ਸ਼ਾਰਟ ਫਾਰਮ ਵੀ ਕੈਨ ਰਾਈਟ ਇਟ ਲਾਈਕ ADJ of a matrix। ਠੀਕ ਹੈ ਤੇ ਇਹ ਹੁੰਦਾ ਕੀ ਹੈ, ਇਹ ਹੁੰਦਾ ਹੈ ਜਦੋਂ ਤੁਸੀਂ ਮੈਟ੍ਰਿਕਸ ਨੂੰ ਪਹਿਲੇ ਡਿਟਰਮੀਨੈਂਟ ਬਣਾਓ ਫਿਰ ਉਹਦੇ ਮਾਈਨਰਸ ਤੇ ਕੋਫੈਕਟਰ ਕੱਢ ਲਓ ਹਰੇਕ ਐਲੀਮੈਂਟ ਦੇ, ਉਹਨਾਂ ਦੇ ਜਿਹੜੇ ਕੋਰਸਪੋਂਡਿੰਗ ਕੋਫੈਕਟਰ ਹੋਣਗੇ ਠੀਕ ਹੈ ਉਹ ਉਹਨਾਂ ਦੇ ਐਲੀਮੈਂਟਸ ਦੀ ਪੋਜੀਸ਼ਨ ਤੇ ਜਗ੍ਹਾ ਦੁਬਾਰਾ ਲਿਖ ਦਿਓ। ਯਾਨੀ ਕਿ 2 ਦਾ ਕੋਰਸਪੋਂਡਿੰਗ ਕੋਫੈਕਟਰ ਕੀ ਹੈ -20 -3 ਦਾ ਕੋਫੈਕਟਰ ਕੀ ਹੈ 46 5 ਦਾ ਕਿੰਨਾ ਹੈ 30 ਓਕੇ ਇਹ ਸਾਰੇ ਉਹਦੇ ਐਲੀਮੈਂਟਸ ਦੀ ਜਗ੍ਹਾ ਤੇ ਲਿਖ ਦਿਓ। ਫਿਰ ਜਿਹੜੀ ਮੈਟ੍ਰਿਕਸ ਬਣੇਗੀ ਉਹਦਾ ਤੁਸੀਂ ਟਰਾਂਸਪੋਜ਼ ਲੈ ਲਓ। ਟਰਾਂਸਪੋਜ਼ ਦਾ ਤੁਹਾਨੂੰ ਦੱਸਿਆ ਸੀਗਾ ਮੈਟ੍ਰਿਕਸ ਦੇ ਚੈਪਟਰ ਦੇ ਵਿੱਚ ਕਿ ਰੋਜ਼ ਔਰ ਕਾਲਮਸ ਦਾ ਆਪਸ ਵਿੱਚ ਇੰਟਰਚੇਂਜ ਕਰਨਾ। ਬਸ ਤੁਸੀਂ ਟਰਾਂਸਪੋਜ਼ ਕਰ ਦੋਗੇ ਟਰਾਂਸਪੋਜ਼ ਆਫ ਜਿਹੜਾ ਵੀ ਤੁਹਾਡੇ ਕੋਲ ਕੋਫੈਕਟਰਸ ਦਾ ਮੈਟ੍ਰਿਕਸ ਬਣੇਗੀ ਹੈ ਨਾ। ਮੈਟ੍ਰਿਕਸ ਬਣਾਓ ਇਹਦੇ ਕੋਰਸਪੋਂਡਿੰਗ ਐਲੀਮੈਂਟ ਦੀ। ਜਿਵੇਂ ਹੁਣ ਆਪਾਂ ਐਸੇ ਕੁਐਸਚਨ ਕਿਉਂਕਿ ਰੈਗੂਲਰਲੀ ਕਰ ਰਹੇ ਹਾਂ
ਤਾਂ ਇਹਦੇ ਤੋਂ ਹੀ ਆਪਾਂ ਇਸ ਕੁਐਸਚਨ ਨੂੰ ਅੱਗੇ ਚਲਾ ਲੈਂਦੇ ਹਾਂ। ਠੀਕ ਹੈ, ਤਾਂ A11 ਪੋਜੀਸ਼ਨ ਤੇ ਦੋ ਐਲੀਮੈਂਟ ਹੈ, ਦੋ ਐਲੀਮੈਂਟ ਦਾ ਜਿਹੜਾ ਆਪਾਂ ਕੋਫੈਕਟਰ ਕੱਢਿਆ ਹੈ ਉਹ ਆਪਾਂ ਕੱਢਿਆ -20। -3 ਜਿਹੜਾ ਹੈਗਾ A12 ਪੋਜੀਸ਼ਨ ਤੇ ਹੈ ਤੇ A12 ਦਾ ਜਿਹੜਾ ਕੋਫੈਕਟਰ ਹੈ ਉਹ ਹੈ ਆਪਣਾ 46। A13 ਪੋਜੀਸ਼ਨ ਦੇ ਉੱਪਰ ਜਿਹੜਾ ਐਲੀਮੈਂਟ ਹੈ ਉਹਦਾ ਕੋਫੈਕਟਰ ਹੈ 30। A21 ਪੋਜੀਸ਼ਨ ਦੇ ਉੱਪਰ ਜਿਹੜਾ ਐਲੀਮੈਂਟ ਹੈ ਉਹਦਾ ਕੋਫੈਕਟਰ ਹੈ 4। A22 ਪੋਜੀਸ਼ਨ ਦੇ ਉੱਪਰ ਐਲੀਮੈਂਟ 0 ਹੈ ਲੇਕਿਨ ਉਹਦਾ ਕੋਫੈਕਟਰ ਜਿਹੜਾ ਹੈਗਾ ਉਹ -19 ਹੈ। A23 ਪੋਜੀਸ਼ਨ ਦੇ ਉੱਪਰ -13। A31 ਪੋਜੀਸ਼ਨ ਦੇ ਉੱਪਰ -12। A32 ਪੋਜੀਸ਼ਨ ਦੇ ਉੱਪਰ 22। A33 ਪੋਜੀਸ਼ਨ ਦੇ ਉੱਪਰ 18। ਤਾਂ ਆ ਜੋ ਮੈਟ੍ਰਿਕਸ ਬਣੀ ਹੁਣ ਇਹਦਾ ट्रांसपोज कर दो। ट्रांसपोज का मतलब है जेडी रोज ने वो कॉलम्स बना दो। -20 ओके 46 30 4 -19 -13 -12 22 और 18। so this is what this is the adjoint of the given matrix। तो की करना है आप दोबारा समझो जो ਤੁਹਾਨੂੰ ਮੈਟ੍ਰਿਕਸ ਦਿੱਤੀ ਹੋਏਗੀ ਜਿਹਦਾ ਉਹ ਕਹੇਗਾ ਕਿ ਐਡਜੁਆਇੰਟ ਕੱਢੋ। ਐਡਜੁਆਇੰਟ ਕੱਢਣ ਲਈ ਆਪਾਂ ਕੀ ਕਰਾਂਗੇ ਉਸ ਮੈਟ੍ਰਿਕਸ ਨੂੰ ਡਿਟਰਮੀਨੈਂਟ ਫਾਰਮ 'ਚ ਲਿਖ ਕੇ ਫਿਰ ਉਹਦੇ ਮਾਈਨਸ ਤੇ ਕੋਫੈਕਟਰ ਕੱਢ ਲਓ। ਠੀਕ ਹੈ, ਕੋਫੈਕਟਰ ਜਦੋਂ ਨਿਕਲ ਜਾਣ ਤਾਂ ਉਹਨਾਂ ਨੂੰ ਆਪਣੇ ਐਲੀਮੈਂਟਸ ਦੀ ਕੋਰਸਪੋਂਡਿੰਗ ਪੋਜੀਸ਼ਨਸ ਤੇ ਲਿਖ ਦਿਓ। ਜੋ ਮੈਟ੍ਰਿਕਸ ਬਣੀ ਉਹਦਾ ਟਰਾਂਸਪੋਜ਼ ਲੈ ਲਓ। ਟਰਾਂਸਪੋਜ਼ ਲੈ ਕੇ ਜੋ ਮੈਟ੍ਰਿਕਸ ਆਈ ਦੈਟ ਇਜ਼ ਦ ਐਡਜੁਆਇੰਟ ਆਫ ਇਟ। ਇੱਥੋਂ ਹੀ ਇੱਕ ਹੋਰ ਇੰਪੋਰਟੈਂਟ ਕੁਐਸਚਨ ਆਪਾਂ ਕਰ ਦਿੰਨੇ ਆ। ਠੀਕ, ਉਹ ਕੀ ਹੈ इनवर्स कढ़ना। इनवर्स ऑफ अ मैट्रिक्स वेरी इंपॉर्टेंट टॉपिक और वो भी एदे तो ही रिलेटेड है। इनवर्स ऑफ मैट्रिक्स A denoted by A inverse and is given by adjoint of A okay divided by determinant of A। कितना आसान है क्वेश्चन। यानी कि सब तो पहले तुसी डिटरमिनेंट अपना डिटरमिनेंट कढ लिया है ना, इनू सॉल्व कर दो। मैं वो भी तरीका दस्सिया है कि जो तुसी ਇਹਦੇ कोफैक्टर ਕੱਢੇ ਨੇ ਉਹ ਕਿਸੇ ਇੱਕ ਰੋ ਦੇ ਕੋਫੈਕਟਰਸ ਨੂੰ ਕੋਰਸਪੋਂਡਿੰਗ ਐਲੀਮੈਂਟ ਦੇ ਨਾਲ ਮਲਟੀਪਲਾਈ ਕਰ ਦੋ, ਉਹ ਤੁਹਾਡਾ ਡਿਟਰਮੀਨੈਂਟ ਆ ਜਾਏਗਾ। ਔਰ ਐਡਜੁਆਇੰਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਜਿਹੜੇ ਤੁਸੀਂ ਕੋਫੈਕਟਰ ਕੱਢੇ ਉਹਦੇ ਤੋਂ ਜਿਹੜੀ ਮੈਟ੍ਰਿਕਸ ਬਣੀ ਉਹਦਾ ਟਰਾਂਸਪੋਜ਼ ਲੈ ਲਓ, ਉਹ ਤੁਹਾਡੇ ਕੋਲ ਐਡਜੁਆਇੰਟ ਆ ਜਾਏਗਾ। ਉਹ ਨੂਮਰੇਟਰ ਉਹਦਾ ਡਿਟਰਮੀਨੈਂਟ ਜਿਹੜਾ ਹੈ ਉਹ ਡਿਨੋਮੀਨੇਟਰ, ਦੋਨਾਂ ਨੂੰ ਡਿਵਾਈਡ ਕਰਕੇ ਤੁਹਾਡੇ ਕੋਲ ਉਹਦਾ ਇਨਵਰਸ ਆ ਜਾਏਗਾ। ਜਿਵੇਂ ਕਿ ਹੁਣ ਜੇ ਆਪਾਂ ਇਸ ਮੈਟ੍ਰਿਕਸ ਦਾ ਜੋ ਮੇਰੇ ਕੋਲ ओरिजिनल ਮੈਟ੍ਰਿਕਸ ਹੈਗੀ ਸੀ ਜੇ ਮੈਂ ਉਹਦਾ ਇਨਵਰਸ ਕੱਢਣਾ ਹੋਵੇ ਤਾਂ ਮੈਂ ਕੀ ਕਰਾਂਗਾ, ਆ ਮੇਰੇ ਕੋਲ ਐਡਜੁਆਇੰਟ ਆ ਗਿਆ। ਹੁਣ ਇਹਦਾ ਡਿਟਰਮੀਨੈਂਟ ਜੇ ਮੈਂ ਕੱਢਣਾ ਹੈ ਤਾਂ ਕਿਵੇਂ ਕੱਢਾਂਗਾ, ਇਹਦਾ ਡਿਟਰਮੀਨੈਂਟ ਮੈਂ ਇੱਕ ਵਾਰੀ ਕੱਢ ਲੈਣਾ। ਚਲੋ ਮੇਰੇ ਕੋਲ ਅਗਰ ਇਹਦਾ ਡਿਟਰਮੀਨੈਂਟ ਮੈਂ ਕੱਢਣਾ ਹੋਵੇ ਫੁੱਲ ਫਾਰਮ ਚ ਦੁਬਾਰਾ ਤੇ ਮੈਂ ਇਹਦੇ ਤੇ ਆ ਦੇਖਦਾ आ जाएगा -20 फिर +3। ठीक है, -46 +5 30 -40 +150। -40 ਦੇ ਵਿੱਚੋਂ +12 ਆਪਾਂ ਕਰਾਂਗੇ ਤਾਂ -28 ਜਿਹੜਾ ਹੈਗਾ ਇਹਦਾ ਡਿਟਰਮੀਨੈਂਟ ਆ ਗਿਆ। ਤੇ ਇਨਵਰਸ ਕੀ ਆਏਗਾ ਫਿਰ, ਜਿਹੜਾ ਮੈਂ ਐਡਜੁਆਇੰਟ ਕੱਢਿਆ ਹੈ -128 ਨਾਲ ਉਹਨੂੰ ਡਿਵਾਈਡ ਕਰ ਦੋ ਬਸ ਆ ਦੇ ਡਿਟਰਮੀਨੈਂਟ ਨਾਲ, ਹੈ ਨਾ। ਤਾਂ 1/1 -28 ਨਾਲ ਆਪਾਂ ਡਿਵਾਈਡ ਕੀਤਾ 1/1 -28 ਆਇਆ। ਔਰ ਇੱਥੇ ਆਪਾਂ ਡਿਟਰਮੀਨੈਂਟ ਲਿਖ ਦਿੰਨੇ ਆ -24 -12 46 -19 22 30 -13 और 18। ठीक है, दिस इज द इनवर्स ऑफ द गिवन मैट्रिक्स। ਤਾਂ ਮੈਂ ਤੁਹਾਨੂੰ ਇੱਕ ਮੈਟ੍ਰਿਕਸ ਲੈ ਕੇ ਉਹਦੇ ਮਾਈਨਰਸ ਵੀ ਦੱਸਤੇ, ਕੋਫੈਕਟਰਸ ਵੀ ਦੱਸਤੇ, ਐਡਜੁਆਇੰਟ ਵੀ ਦੱਸਤਾ ਤੇ ਉਹਦਾ ਇਨਵਰਸ ਵੀ ਦੱਸਤਾ। ਇਨਵਰਸ ਵਿੱਚ ਇੱਕ ਕੰਡੀਸ਼ਨ ਤੁਸੀਂ ਧਿਆਨ ਨਾਲ ਦੇਣੀ ਹੈ ਕਿ ਇਹਦਾ ਡਿਟਰਮੀਨੈਂਟ 0 ਨਹੀਂ ਹੋਣਾ ਚਾਹੀਦਾ। ਅਗਰ ਕਿਸੇ ਮੈਟ੍ਰਿਕਸ ਦਾ ਡਿਟਰਮੀਨੈਂਟ 0 ਹੈ that means inverse of that matrix does not exist। so to exist the inverse of a matrix
you must have the determinant of that matrix must be non-zero। एक होर फार्मूला भी प्रूव कर सकते हैं, वो तुसी क्वेश्चंस दे विच वेरीफाई कर सकते हो। मैट्रिक्स इनटू इट्स एडजॉइंट, चाहे ये पोस्ट फैक्टर है, ए प्री फैक्टर है, या ए प्री फैक्टर है और मैट्रिक्स पोस्ट फैक्टर है, दोनों की मल्टीप्लाई की जाए तो ए डिटरमिनेंट इनटू आई मैट्रिक्स आ जाता है। ओके, ਇਹਨੂੰ ਤੁਸੀਂ ਆਪਾਂ ਇਸ ਤਰੀਕੇ ਦੇ ਨਾਲ ਇਹ ਫਾਰਮੂਲੇ ਨੂੰ ਤੁਸੀਂ ਸੋਲਵ ਵੀ ਕਰ ਸਕਦੇ ਹੋ। ਹੁਣ ਇਹ ਸਾਰੀ ਗੱਲਾਂ ਵਿੱਚ ਆਪਾਂ ਕੀ ਧਿਆਨ ਦੇਣਾ ਹੈ ਕਿ ਸਭ ਤੋਂ ਪਹਿਲਾਂ ਇਹ ਜਿਹੜੀ ਹੈ ਉਹ ਸਕੁਅਰ ਮੈਟ੍ਰਿਕਸ ਹੋਣੀ ਚਾਹੀਦੀ ਹੈ, ਠੀਕ ਹੈ। ਇੱਥੇ ਜਿਹੜੀ ਆਈ ਮੈਟ੍ਰਿਕਸ ਲੈ ਰਹੇ ਆ ਉਹ ਵੀ ਸੇਮ ਆਰਡਰ ਦੀ ਹੋਣੀ ਚਾਹੀਦੀ ਹੈ, ਜੇ ਇਹ ਐਨ ਆਰਡਰ ਦਾ ਤਾਂ ਇਹ ਵੀ ਐਨ ਆਰਡਰ ਦਾ ਹੋਣਾ ਚਾਹੀਦਾ ਹੈ, ਠੀਕ। ਦੂਸਰੀ ਗੱਲ ਜੋ ਤੁਹਾਨੂੰ ਇਨਵਰਸ ਵਿੱਚ ਦੱਸੀ ਹੈ ਕਿ ਇਨਵਰਸ ਕਿਸੇ ਮੈਟ੍ਰਿਕਸ ਦਾ ਉਦੋਂ ਹੀ ਪੋਸੀਬਲ ਹੁੰਦਾ ਹੈ ਜੇ ਉਹਦਾ ਡਿਟਰਮੀਨੈਂਟ 0 ਨਾ ਹੋਵੇ। ਤਾਂ ਜਿਹੜੀ ਮੈਟ੍ਰਿਕਸ ਦਾ ਡਿਟਰਮੀਨੈਂਟ 0 ਨਹੀਂ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਨॉन ਸਿੰਗੂਲਰ ਮੈਟ੍ਰਿਕਸ, ਔਰ ਜਿਹੜੀ ਮੈਟ੍ਰਿਕਸ ਦਾ ਡਿਟਰਮੀਨੈਂਟ 0 ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਸਿੰਗੂਲਰ ਮੈਟ੍ਰਿਕਸ, ਠੀਕ ਹੈ। ਇਹ ਗੱਲਾਂ ਵੀ ਆਪਾਂ ਯਾਦ ਰੱਖਣੀਆਂ ਨੇ। ਤਾਂ ਕੋਈ ਮੈਟ੍ਰਿਕਸ ਅਗਰ ਇਨਵਰਟੀਬਲ ਹੈ then inverse of a matrix A is given by this and the matrix is called invertible matrix। matrix is invertible यानी कि ਉਹਦਾ ਆਪਾਂ ਇਨਵਰਸ ਕੱਢ ਸਕਦੇ ਹਾਂ। ਹੁਣ ਇੱਕ ਮੈਟ੍ਰਿਕਸ ਇਨਵਰਟੀਬਲ ਕਦੋਂ ਹੋਏਗੀ? ਜਦੋਂ ਉਹ ਨॉन ਸਿੰਗੂਲਰ ਹੋਏਗੀ। ਸਿੰਗੂਲਰ ਮੈਟ੍ਰਿਕਸ ਦਾ ਇਨਵਰਸ ਨਹੀਂ ਨਿਕਲਦਾ। ਤਾਂ ਇਨਵਰਸ ਤੋਂ ਰਿਲੇਟਡ ਇੱਕ ਕੁਐਸਚਨ ਮੈਂ ਤੁਹਾਨੂੰ ਹੋਰ ਦੱਸਦਾ, ਇਸ ਤਰ੍ਹਾਂ ਦੇ ਕੁਐਸਚਨਸ ਵੀ ਆ ਸਕਦੇ। ਤੁਹਾਨੂੰ ਇੱਕ ਮੈਟ੍ਰਿਕਸ ਦਿੱਤੀ ਹੋਏਗੀ ਔਰ ਉਹ ਕਹੇਗਾ ਕਿ ਇਸ ਇਕੁਏਸ਼ਨ ਨੂੰ ਤੁਸੀਂ ਜਿਹੜਾ ਹੈਗਾ ਉਹ ਸੈਟੀਸਫਾਈ ਕਰਕੇ ਦਿਖਾਣਾ ਹੈ। ਤਾਂ ਫਿਰ ਆਪਾਂ ਕੀ ਕਰਾਂਗੇ? ਦੇਖੋ ਇਹ ਪਤਾ ਲੱਗ ਰਿਹਾ ਇਸ ਇਕੁਏਸ਼ਨ ਨੂੰ ਸੈਟੀਸਫਾਈ ਕਰਨ ਦਾ ਕੀ ਮਤਲਬ ਹੈ। ਇੱਥੇ ਤੁਹਾਨੂੰ a² ਦਾ ਮਤਲਬ ਹੈ ਕਿ ਸੇਮ ਮੈਟ੍ਰਿਕਸ ਦੋ ਵਾਰੀ ਮਲਟੀਪਲਾਈ ਹੈ, then matrix is multiplied with the scalar 4 and I is an identity matrix of order 2, 0 is a zero matrix of order 2, ठीक है। जो ऐसी क्वेश्चन उन्हें सॉल्व करना है तो तुसी की करोगे? सब तो पहला ਇਹਦਾ a² ਕੱਢ ਲਓ। a² ਦਾ ਮਤਲਬ ਹੈ same matrix multiplied with itself 2 3 1 2। ਤਾਂ ਆਪਾਂ ਨੂੰ ਪਤਾ ਹੀ ਹੈ ਆਪਾਂ ਕਿਵੇਂ ਕਰਦੇ ਹੁੰਦੇ ਆ ਮਲਟੀਪਲੀਕੇਸ਼ਨ, ਮੈਟ੍ਰਿਕਸ ਮਲਟੀਪਲੀਕੇਸ਼ਨ। ਇਹਨੂੰ ਚੱਕੋ ਇਹਦੇ ਨਾਲ ਕਰੋ, ਹਨਾ, 4 ਤੇ 3 7, ਫਿਰ ਇਹਨੂੰ ਇਹਦੇ ਨਾਲ ਕਰੋ, ਓਕੇ, 6 ਤੇ 6 12, 2 ਤੇ 2 4, 3 ਤੇ 4 7, ਓਕੇ, 4 ਤੇ 3 7, 6 ਤੇ 6 12, 2 ਤੇ 2 4, 3 ਤੇ 4 7, ਓਕੇ। ਇਹ ਆ ਗਿਆ ਆਪਣੇ ਕੋਲ a² ਤੇ ਫਿਰ a ਦੀ ਵੈਲਿਊ ਇੱਥੇ ਭਰੋ, 4 ਨਾਲ ਮਲਟੀਪਲਾਈ ਕਰੋ। I means 1 0 0 1, ਦੋ ਆਰਡਰ ਦੀ ਆਇਡੈਂਟੀਟੀ ਮੈਟ੍ਰਿਕਸ, ਠੀਕ ਹੈ। ਸਾਰਾ ਸੋਲਵ ਆਪਾਂ ਕਰਾਂਗੇ ਤਾਂ ਜ਼ੀਰੋ ਮੈਟ੍ਰਿਕਸ ਆਣੀ ਚਾਹੀਦੀ ਤੁਹਾਡੇ ਕੋਲ। ਇਹ ਤੁਸੀਂ ਵੈਰੀਫਾਈ ਕਰਕੇ ਦੇਖਣਾ। ਹੁਣ ਆਪਾਂ ਸੈਕਿੰਡ ਫਾਈਂਡ ਆਊਟ ਕਰਦੇ ਹਾਂ ਕਿ ਇਹ ਇਨਵਰਸ ਕਿਵੇਂ ਕੱਢ ਸਕਦੇ ਹਾਂ, ਓਕੇ। ਇਹ ਇਨਵਰਸ ਕਰਨ ਦੇ ਲਈ ਆਪਾਂ ਇਹਨੂੰ ਪੋਸਟ ਮਲਟੀਪਲਾਈ ਕਰਦੇ ਹਾਂ ਵਿਦ a ਇਨਵਰਸ। a² ਦਾ ਮਤਲਬ ਕੀ ਹੈ? a into a, ਤਾਂ ਇਹਨੂੰ ਪੋਸਟ ਮਲਟੀਪਲਾਈ ਕਰਤਾ ਆਪਾਂ a ਇਨਵਰਸ ਨਾਲ, -4a into a ਇਨਵਰਸ plus I into a ਇਨਵਰਸ, ਜ਼ੀਰੋ ਮੈਟ੍ਰਿਕਸ into a ਇਨਵਰਸ, ਓਕੇ। ਤਾਂ ਇਹਦੇ ਵਿੱਚੋਂ a into a ਇਨਵਰਸ ਕਿੰਨਾ ਹੋ ਗਿਆ? I ਮੈਟ੍ਰਿਕਸ a into I, ਆ ਕਿੰਨਾ ਹੋ ਗਿਆ? I ਮੈਟ੍ਰਿਕਸ, ਠੀਕ ਹੈ, ਪਲੱਸ a ਇਨਵਰਸ, ਔਰ ਇੱਥੇ ਕਿੰਨਾ ਹੋ ਗਿਆ? ਜ਼ੀਰੋ ਮੈਟ੍ਰਿਕਸ, ਓਕੇ। ਇੱਥੇ ਮੇਰੇ ਕੋਲ ਕਿੰਨਾ ਬਚਿਆ? ਜਾਂ ਮੈਂ a ਇਨਵਰਸ ਇੱਥੇ ਰੱਖਦਾ, ਇਹਨੂੰ ਉਧਰ ਰਾਈਟ ਸਾਈਡ ਤੇ ਲੈ ਜਾਂਦਾ ਤੇ ਇਹ ਹੋ ਜਾਏਗਾ a ਇਨਵਰਸ ਇਜ਼ 4i minus a। ਹੁਣ ਇਹਦਾ ਕੀ ਮਤਲਬ ਬਣਿਆ ਕਿ ਆਇਡੈਂਟੀਟੀ ਮੈਟ੍ਰਿਕਸ ਨੂੰ 4 ਨਾਲ ਮਲਟੀਪਲਾਈ ਕਰਨਾ ਹੈ ਸਕੇਲਰ ਨਾਲ ਤੇ a ਮੈਟ੍ਰਿਕਸ ਉਹਦੇ ਵਿੱਚੋਂ ਘਟਾ ਦੇਣੀ ਹੈ 2 3 1 2, ਓਕੇ। ਇੱਥੇ ਆ ਗਿਆ 4 0 0 4 ਔਰ ਉਹਦੇ ਵਿੱਚੋਂ ਆਪਾਂ 2 3 1 2 ਮਾਈਨਸ ਕਰਨਾ ਹੈ, ਰਾਈਟ। ਤਾਂ ਕਿੰਨਾ ਆ ਜਾਏਗਾ? 4 2 2, 0 3 3, 0 1 -1, 4 2 2। ਇਹ ਆ ਗਿਆ ਆਪਣੇ ਕੋਲ a ਇਨਵਰਸ। This is all about our minors cofactors, adjoint ਤੇ ਇਨਵਰਸ ਆਪਾਂ ਕਿਸੇ ਮੈਟ੍ਰਿਕਸ ਦਾ ਕਿਵੇਂ ਕੱਢ ਸਕਦੇ ਹਾਂ। ਬਹੁਤ ਈਜ਼ੀ ਟੌਪਿਕ ਹੈ, ਨਾਲ ਰਿਲੇਟਡ ਹੈ। ਤੁਸੀਂ ਮਾਈਨਰ ਕੋਫੈਕਟਰ ਨੂੰ ਧਿਆਨ ਨਾਲ ਪਹਿਲੇ ਉਹਦੇ ਕੁਐਸਚਨਸ ਨੂੰ ਕਰੋ, ਫਿਰ ਐਡਜੁਆਇੰਟ ਕੱਢੋ ਨਾਲ ਦੀ ਨਾਲ ਹੀ ਤੇ ਨਾਲ ਦੀ ਨਾਲ ਉਹਨੂੰ ਡਿਟਰਮੀਨੈਂਟ ਨਾਲ ਡਿਵਾਈਡ ਕਰ ਦਿਓ ਤਾਂ ਤੁਹਾਡੇ ਕੋਲ ਇਨਵਰਸ ਵੀ ਆ ਜਾਏਗਾ, ਓਕੇ। ਸੋ ਟਰਾਈ ਥੀਸ ਐਕਸਰਸਾਈਜ਼, NCERT ਬੁੱਕ ਨੂੰ ਰੈਫਰ ਕਰੋ
ਔਰ ਮੇਰਾ ਜਿਹੜਾ ਹੈਗਾ ਆਪਣਾ ਮੋਬਾਈਲ ਨੰਬਰ ਈਮੇਲ ਆਈਡੀ ਜਿਹੜੀ ਮੇਰੀ ਈਮੇਲ ਜਿਹੜਾ ਐਡਰੈਸ ਹੈ ਉਹ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪਾਇਆ ਹੋਇਆ ਹੈ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਯੂ ਕੈਨ ਡਾਇਰੈਕਟਲੀ ਕਾਲ ਮੀ ਔਰ ਗਿਵ ਮੀ ਅ ਮੇਲ, ਆਈ ਵਿਲ ਡੈਫੀਨਿਟਲੀ ਗਿਵ ਯੂ ਆਨਸਰਸ। ਸੋ ਨੈਕਸਟ ਟਾਈਮ ਆਪਾਂ ਇਹਦੇ ਲਾਸਟ ਟੌਪਿਕ ਤੇ ਡਿਸਕਸ ਕਰਾਂਗੇ। ਓਕੇ, ਸੀ ਯੂ।